ਕੱਲ੍ਹ ਸਵੇਰ ਦੀ ਸਭ ਤੋਂ ਵੱਡੀ ਖਬਰ ਸੀਗੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਸੁਖਪਾਲ ਖਹਿਰਾ ਵੱਲੋਂ ਇਸ ਛਾਪੇਮਾਰੀ ਦਾ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੱਸਿਆ ਗਿਆ। ਅੱਜ ਸੁਖਪਾਲ ਸਿੰਘ ਖਹਿਰਾ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਉਸ ਹਰ ਇੱਕ ਵਿਅਕਤੀ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੋ ਕਿਸਾਨੀ ਅੰਦੋਲਨ ਪ੍ਰਤੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਵਿਧਾਨ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਇਸ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ 8 ਵਜੇ ਦੇ ਕਰੀਬ ਈਡੀ ਦੇ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਖਹਿਰਾ ਦੀ ਚੰਡੀਗੜ੍ਹ ਸੈਕਟਰ 5 ਵਿਚਲੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਈਡੀ ਦੀ ਇਹ ਕਾਰਵਾਈ 10 ਘੰਟੇ ਦੇ ਕਰੀਬ ਚੱਲਦੀ ਰਹੀ। ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਛਾਪੇ ਮੌਕੇ ਘਰ ਵਿੱਚ ਹੀ ਮੌਜੂਦ ਸਨ। ਉਹਨਾਂ ਨੇ ਈਡੀ ਨੂੰ ਜਾਂਚ ਵਿੱਚ ਸਹਿਯੋਗ ਦਿੱਤਾ ਤੇ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੂਤਰਾਂ ਅਨੁਸਾਰ ਈਡੀ ਨੇ ਇਹ ਕਾਰਵਾਈ ਨਸ਼ਾ ਤਸਕਰੀ ਅਤੇ ਫਰਜ਼ੀ ਪਾਸਪੋਰਟ ਦੇ ਮਾਮਲੇ ਸੰਬੰਧੀ ਕੀਤੀ ਹੈ। ਉਧਰ ਛਾਪੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਵਕੀਲ RS ਬੈਂਸ ਅਤੇ ਹੋਰ ਵਿਧਾਇਕ ਵੀ ਖਹਿਰਾ ਦੇ ਘਰ ਪਹੁੰਚ ਗਏ। ਇੱਥੇ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਘਰ ਛਾਪੇਮਾਰੀ ਹੋਈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਖਹਿਰਾ ਦੇ ਘਰ ਈਡੀ ਦੀ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਪੰਜਾਬੀਆਂ ਨੂੰ ਡਰਾਉਣ ਵਾਲੇ ਜਮਹੂਰੀਅਤ ਦੀਆਂ ਸਾਰੀਆਂ ਰਵਾਇਤਾਂ ਨੂੰ ਤੋੜ ਕੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਛਾਪੇਮਾਰੀ ਕੀਤੀ ਗਈ ਹੈ ਜੋ ਬੰਦ ਹੋਣੀ ਚਾਹੀਦੀ ਹੈ। ਚੰਦੂ ਮਾਜਰਾ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਹੋਰ ਸਿਆਸੀ ਧਿਰਾਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਹੈ। ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿਧਾਇਕ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਕਈ ਵਿਧਾਇਕਾਂ ਨੇ ਨਿਖੇਧੀ ਵੀ ਕੀਤੀ। ਦੇ ਹਜ਼ਾਰਾਂ ਰੇਡ ਕਰਕੇ ਦੇਖ ਲੈਣ, ਅਗਰ ਉਹ ਸਮਝਦੇ ਨੇ ਬੀਜੇਪੀ ਦੀ ਸਰਕਾਰ ਕਿ ਇਸ ਤਰ੍ਹਾਂ ਕਿਸੇ ਨੂੰ ਧਮਕਾ ਕੇ ਜਾਂ ਈਡੀ ਦੇ ਰੇਡ ਕਰਕੇ ਜਾਂ CBI ਦੇ ਰੇਡ ਕਰਕੇ ਸਾਡੀ ਜ਼ੁਬਾਨ ਬੰਦ ਕਰਾ ਲੈਣਗੇ, ਜੋ ਅਸੀਂ ਲੋਕਾਂ ਦੇ ਹਕੂਕ ਲਈ ਬੋਲਦੇ ਆ ਜਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲੇ ਆ ਜਾਂ ਨਵਰੀਤ ਸਿੰਘ ਦੇ ਹੋਏ ਕਤਲ ਦੇ ਮੁਤਲਕ ਬੋਲੇ ਆ ਜਾਂ ਜੋ ਤਸ਼ੱਦਦ ਢਾਇਆ ਗਿਆ ਸਾਡੇ ਪੰਜਾਬ ਦੇ ਨੌਜਵਾਨ ਤਬਕੇ ਦੇ ਉੱਤੇ, ਚਾਹੇ ਉਹ ਨੋਦੀਪ ਕੌਰ ਸੀ ਤੇ ਚਾਹੇ ਉਹ ਸ਼ਿਵ ਕੁਮਾਰ ਸੀ ਤੇ ਚਾਹੇ ਉਹ ਲੱਖੇ ਸਿਧਾਣੇ ਦੇ ਖਿਲਾਫ ਮੁਕੱਦਮਾ ਵਾ ਤੇ ਚਾਹੇ ਉਹ ਦੀਪ ਸਿੱਧੂ ਨੂੰ ਫੜ ਕੇ ਅੰਦਰ ਦਿੱਤਾ, ਚਾਹੇ ਉਹ ਰਣਜੀਤ ਸਿੰਘ ਨੂੰ ਕਿਸ ਤਰ੍ਹਾਂ ਨਾਲ ਲੰਗਰ ਚੋਂ ਚੱਕ ਕੇ ਬੀਜੇਪੀ ਦੇ ਤੇ RSS ਦੇ ਪੇਡ ਬਦਮਾਸ਼ਾਂ ਨੇ ਉਸ ਨੂੰ ਟੌਰਚਰ ਕੀਤਾ, ਕੁੱਟਿਆ, ਪੁਲਿਸ ਵਾਲੇ ਨੇ ਉਹਦੇ ਮੂੰਹ ਦੇ ਉਹਦੀ ਪੱਗ ਤੇ ਉਹਦੀ ਦਾੜੀ ਦੇ ਉੱਤੇ ਪੈਰ ਰੱਖ ਕੇ ਉਸ ਨੂੰ ਮਿੱਧਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜਾਰਜ ਫਲੋਇਡ ਇੱਕ ਕਾਲੇ ਨਾਗਰਿਕ ਦੇ ਨਾਲ ਉੱਥੋਂ ਦੇ ਇੱਕ ਗੋਰੇ ਪੁਲਿਸ ਵਾਲੇ ਨੇ ਕੀਤਾ। ਜਿਹੜਾ ਕੈਂਪੇਨ ਹੈ ਫॉर ਹਿਊਮਨ ਰਾਈਟਸ, ਜਿਹੜਾ ਮਾਈ ਵੌਇਸ ਅਗੇਂਸਟ ਅਟਰੋਸਿਟੀਜ਼, ਅਗੇਂਸਟ ਪੁਲਿਸ ਬਰੂਟੈਲਿਟੀ, ਅਗੇਂਸਟ ਟੌਰਚਰ, ਅਗੇਂਸਟ ਵਾਇਲੇਸ਼ਨ ਆਫ ਹਿਊਮਨ ਰਾਈਟਸ ਇਨ ਦਿਸ ਕੰਟਰੀ, ਇਹ ਬੰਦ ਨਹੀਂ ਹੋਵੇਗੀ, ਬਿਲਕੁਲ ਬੰਦ ਨਹੀਂ ਹੋਵੇਗੀ। ਔਰ ਇਦਾਂ ਦੇ ਈਡੀ ਦੇ ਨੋਟਿਸਸ ਉਹਨਾਂ ਨੇ ਕਈ ਐਕਟਰਸ ਤਾਪਸੀ ਪੰਨੂ ਜਾਂ ਅਨੁਰਾਗ ਕਸ਼ਪ, ਦਲਜੀਤ ਦੋਸਾਂਝ, ਬਹੁਤ ਸਾਰੇ ਪੰਜਾਬ ਦੇ ਹੋਰ ਹੋਣਹਾਰ ਆਰਟਿਸਟ ਲੋਕਾਂ ਨੂੰ ਈਡੀ ਦੇ ਬਹੁਤ ਸਾਰੇ ਨੋਟਿਸਸ, ਇਨਕਮ ਟੈਕਸ ਦੀਆਂ ਰੇਡਸ ਹੋਈਆਂ ਹੋਣਗੀਆਂ। ਪਰ ਜਿਹੜਾ ਕੱਲ ਉਹਨਾਂ ਨੇ ਆਣ ਕੇ ਮੇਰੇ ਹਕੂਕ ਦੇ ਉੱਤੇ ਡਾਕਾ ਮਾਰਿਆ, ਕਿਉਂਕਿ ਇੱਕ ਪਾਸੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਜਦੋਂ ਸਵੇਰੇ ਟੀਮ ਆਈ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਮੈਂਬਰ ਆ, ਮੈਂ ਫਾਰਮਰ ਲੀਡਰ ਆਫ ਆਪੋਜੀਸ਼ਨ ਹੈ ਤੇ ਮੈਂ ਆਪਣਾ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ, ਤਾਂ ਤੁਸੀਂ ਮੇਰੀ ਪ੍ਰੈਮਿਸਿਸ, ਮੇਰੀ ਕੋਠੀ ਨੂੰ, ਮੇਰੇ ਘਰ ਨੂੰ ਜਿੰਨਾ ਮਰਜ਼ੀ ਸਰਚ ਕਰੋ, ਜੀ ਸਭ ਕੇ ਸਰਚ ਕਰੋ, ਕਿਉਂਕਿ ਮੈਂ ਤਾਂ ਕਦੀ ਕੋਈ ਮਨੀ ਲਾਂਡਰਿੰਗ, ਡਰੱਗ ਮਨੀ, ਇਹਦੇ ਨਾਲ ਕੋਈ ਦੂਰ ਦਾ ਸਰੋਕਾਰ ਵੀ ਨਹੀਂਗਾ। ਪਰ ਉਹ ਟੀਮ, ਉਹਨਾਂ ਨੂੰ ਦਿੱਲੀੋਂ ਦੁਬਾਰਾ ਹਦਾਇਤਾਂ ਆ ਰਹੀਆਂ ਸੀ, ਟੈਲੀਫੋਨ ਜਾ ਕੇ ਸੁਣਦੇ ਸੀ ਬਾਹਰ, ਉਹਨਾਂ ਨੇ ਸਾਡੇ ਕੋਲੋਂ ਮੇਰੇ ਫੋਨਸ ਸਾਰੇ ਰਖਾਲੇ ਖੋਲੇ। ਮੈਂ ਕਿਹਾ ਘੱਟੋ ਘੱਟ ਮੈਨੂੰ ਸਪੀਕਰ ਵਿਧਾਨ ਸਭਾ ਨੂੰ ਤਾਂ ਇਨਫੋਰਮ ਕਰ ਲੈਂਦੇ, ਯੂ ਹੈਵ ਟੂ ਇਨਫੋਰਮ ਹਿਮ ਕਿ ਵਿਧਾਨ ਸਭਾ ਸੈਸ਼ਨ ਵਿੱਚ ਆ ਤੇ ਤੁਸੀਂ ਮੈਨੂੰ ਇੱਥੇ ਵਿਦਆਊਟ ਐਨੀ ਕੋਈ ਇਸ ਤਰ੍ਹਾਂ ਦੇ ਵਾਰੰਟ ਕਿ ਮੈਨੂੰ ਤੁਸੀਂ ਡਿਟੇਨ ਕਰ ਰਹੇ ਹੋ, ਤੁਸੀਂ ਸਰਚ ਦੇ ਵਾਰੰਟਸ ਲੈ ਕੇ ਆਓ, ਸਰਚ ਕਰ ਲਓ। ਪਰ ਉਹਨਾਂ ਨੇ ਮੈਨੂੰ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ। ਖੈਰ, ਜੋ ਵਿਧਾਨ ਸਭਾ ਦੇ ਵਿੱਚ ਕੱਲ ਮੇਰੀ ਗੈਰ ਹਾਜ਼ਰੀ ਵਿੱਚ ਤੇ ਅੱਜ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ, ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਨਿੰਦਾ ਪ੍ਰਸਤਾਵ ਪੰਜਾਬ ਦੀ ਵਿਧਾਨ ਸਭਾ ਇਸ ਕੱਲ ਦੇ ਈਡੀ ਦੇ ਰੇਡ ਨੂੰ ਲੈ ਕੇ, ਬਦਲਾਖੋਰੀ ਦੀ ਰਾਜਨੀਤੀ ਨੂੰ ਲੈ ਕੇ ਉਹ ਆ ਰਹੇ ਨੇ। ਮੈਂ ਸਭ ਦਾ, ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰੇ ਮੈਂਬਰਸ ਨੇ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ। ਅੱਜ ਨਵਜੋਤ ਸਿੰਘ ਸਿੱਧੂ ਨੇ ਔਰ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਬ੍ਰਹਮ ਮਹਿੰਦਰਾ ਜੀ ਨੇ ਤੇ ਸਪੀਕਰ ਜਿਹੜੇ ਰਾਣਾ KP ਸਿੰਘ ਆ, ਉਹਨਾਂ ਨੇ ਸਾਰਿਆਂ ਨੇ ਕੋਗਨੀਜੈਂਸ ਲੈ ਕੇ ਜਿਹੜਾ ਕਮਰ ਸੰਧੂ MLA ਖਰੜ ਨੇ ਰੈਜ਼ੋਲੂਸ਼ਨ ਮੂਵ ਕੀਤਾ ਸੀਗਾ, ਉਹਦੇ ਤੇ ਉਹਨਾਂ ਨੇ ਬਹੁਤ ਠੋਸ ਗੱਲਾਂ ਹਾਊਸ ਦੇ ਵਿੱਚ ਔਨ ਰਿਕਾਰਡ ਲੈ ਕੇ, ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਅਕਾਲੀ ਦਲ ਦੇ ਵੀ ਕੱਲ ਮੈਂਬਰਸ ਨੇ
ਮੇਰੇ ਜਾਂ ਬਦਲਾਖੋਰੀ ਦੀ ਰਾਜਨੀਤੀ ਨੂੰ ਕੰਡੈਮ ਕੀਤਾ। ਇਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਡੈਮੋਕ੍ਰੈਟਿਕ ਅਕਾਲੀ ਦਲ, ਮੇਰੇ ਨਾਲ ਦੇ MLAs ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਤੇ ਕੰਵਰ ਸੰਧੂ ਕੱਲ ਸਾਰਾ ਦਿਨ ਇੱਥੇ ਧੁੱਪੇ ਬਾਹਰ ਗੇਟ ਦੇ ਮੋਹਰੇ ਖੜ ਕੇ ਉਹਨਾਂ ਨੇ ਬਹੁਤ ਮਦਦ ਸਾਡੇ ਹੱਕ ਵਿੱਚ ਆਵਾਜ਼ ਉਠਾਈ। ਇਸੇ ਤਰ੍ਹਾਂ ਹੀ ਕੁਝ ਟ੍ਰੈਜਰੀ ਬੈਂਚਸ ਵੱਲੋਂ, ਜਿੱਦਾਂ ਕੱਲ ਵੀ ਨਵਜੋਤ ਸਿੰਘ ਸਿੱਧੂ ਨੇ, ਸ਼ਾਇਦ ਮਿਸਟਰ ਚੰਨੀ ਨੇ ਜਿਹੜੇ ਸਾਡੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਉਹਨਾਂ ਨੇ ਗੱਲ ਕੀਤੀ। ਅੱਜ ਮੈਂ ਸੁਣ ਰਿਹਾ ਸੀਗਾ ਰਵਨੀਤ ਬਿੱਟੂ ਨੇ ਵੀ ਇਹ ਕਿਹਾ ਵਾ ਕਿ ਬਹੁਤ ਇੱਕ ਗੰਦੀ ਰਾਜਨੀਤੀ ਦੇਸ਼ ਵਿੱਚ ਸ਼ੁਰੂ ਕੀਤੀ ਗਈ ਹੈ। ਦੋਸਤੋ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਲਜ਼ਾਮ ਮੇਰੇ ਤੇ ਲਾ ਰਹੇ ਨੇ, ਕਿਉਂਕਿ ਅਖਬਾਰਾਂ ਜਿਹੜੀਆਂ ਨੇ ਉਹ ਟਿਊਟਰਡ ਹੁੰਦੀਆਂ ਨੇ। ਅਖਬਾਰਾਂ ਨੇ, ਅੱਜ ਮੈਂ ਚੱਕੀਆਂ ਅਖਬਾਰਾਂ, ਸੋਸ਼ਲ ਮੀਡੀਆ ਤਾਂ ਬਹੁਤ ਇੰਡੀਪੈਂਡੈਂਟ ਹੈ, ਤੁਸੀਂ ਸਾਰੀ ਗੱਲ ਮੇਰੀ ਸੁਣ ਲਈ, ਦੇਖ ਲਈ। ਅਖਬਾਰਾਂ ਨੇ ਫਿਰ ਲਿਖਿਆ ਸੀਗਾ ਕਿ ਖਹਿਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡਾ ਪਰਿਵਾਰ ਪਿਛਲੇ 50 ਸਾਲ ਤੋਂ ਪਬਲਿਕ ਲਾਈਫ 'ਚ, ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹ ਪੰਜਾਬ ਦੀ ਰਾਜਨੀਤੀ 'ਚ ਰਹੇ, ਉਸ ਤੋਂ ਬਾਅਦ ਮੈਂ ਆਇਆ ਵਾਂ। 50 ਸਾਲਾਂ ਵਿੱਚ ਕੋਈ ਤਾਂ ਕੰਪਲੇਂਟ ਕਰਨ ਵਾਲਾ ਬੰਦਾ ਹੋਊਗਾ 3.25 ਕਰੋੜ ਆਬਾਦੀ 'ਚੋਂ ਕਿ ਇਹਨਾਂ ਨੇ ਸਾਡੇ ਕੋਲੋਂ ਕੋਈ ਠੱਗੀ ਠੋਰੀ ਬਾਰੀ ਕੋ, ਚਲੋ 50,000 ਦੀ ਕੰਪਲੇਂਟ ਕੋਈ ਕੱਢ ਕੇ ਦਿਖਾ ਦੇਣ 50 ਸਾਲਾਂ ਵਿੱਚ, ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਸਕੈਂਡਲ, ਨਥਿੰਗ ਐਟ ਆਲ। ਜੋ ਕੁਝ ਸਰਕਾਰਾਂ ਕਰ ਰਹੀਆਂ ਨੇ, ਸਮੇਂ-ਸਮੇਂ ਦੀਆਂ ਸਰਕਾਰਾਂ, ਉਹ ਕਿਉਂਕਿ ਮੈਂ ਲੋਕਾਂ ਦੇ ਹਕੂਕ ਦੀ ਗੱਲ ਕਰਦਾ, ਬੇਇਨਸਾਫੀ ਦੇ ਖਿਲਾਫ ਬੋਲਦਾ, ਸਰਕਾਰ ਦੇ ਖਿਲਾਫ ਬੋਲਦਾ, ਉਦੋਂ ਮੇਰੀ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਬਣਾਉਂਦੀ ਹੈ। ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਮੇਰੇ ਤੇ 6-7 ਪਰਚੇ ਦਰਜ ਕੀਤੇ, ਉਹ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹਾਈ ਕੋਰਟ ਨੇ ਸਾਰੇ ਕੁਆਸ਼ ਕੀਤੇ। ਹੁਣ ਜਦੋਂ ਪਿਛਲੀ ਕਰੰਟ ਟੈਨਿਓਰ ਵਿੱਚ ਮੈਂ ਰਾਣਾ ਗੁਰਜੀਤ ਸਿੰਘ ਮਾਈਨਿੰਗ ਮਾਫੀਆ ਮਿਨਿਸਟਰ ਦੇ ਖਿਲਾਫ ਸਕੈਂਡਲ ਦੇ ਖਿਲਾਫ ਆਵਾਜ਼ ਉਠਾਈ, ਉਹਨੂੰ ਅਸਤੀਫਾ ਦੇਣਾ ਪਿਆ। ਉਹਨਾਂ ਨੇ ਮੇਰੇ ਤੇ ਨਜ਼ਲਾ ਸੁੱਟਦੇ ਹੋਏ, ਸਰਕਾਰ ਨੇ ਮੇਰੇ ਤੇ ਡਰੱਗਸ ਦਾ ਇੱਕ ਬਹੁਤ ਵੱਡਾ ਮਾਮਲਾ ਕ੍ਰੀਏਟ ਕੀਤਾ, ਐਬਸੋਲੂਟਲੀ ਫਾਲਸ, ਫ੍ਰਿਵਲਸ, ਔਰ ਉਹ ਫਿਰ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕਰਤੀ ਪ੍ਰੋਸੀਡਿੰਗਸ। ਹੁਣ ਜਦ ਸੁਪਰੀਮ ਕੋਰਟ ਦੀਆਂ ਪ੍ਰੋਸੀਡਿੰਗਸ ਕਿਸੇ ਡਰੱਗ ਮਾਮਲੇ ਵਿੱਚ ਸਟੇਟ ਨੇ, ਇਹ ਈਡੀ ਦਾ ਰੇਡ ਉਸੇ ਮਾਮਲੇ ਦੇ ਵਿੱਚ ਦੁਬਾਰਾ ਮੇਰੇ ਘਰਾਂ ਦੇ ਵਿੱਚ, ਮੇਰੇ ਪਿੰਡ ਛਾਪਾਮਾਰੀ ਕੀਤੀ, ਮੇਰੇ ਚੰਡੀਗੜ੍ਹ ਘਰ ਵਿੱਚ ਕੀਤੀ, ਮੇਰੇ ਸਨ ਇਨ ਲਾਅ ਦੇ ਦਿੱਲੀ ਦੇ ਰਿਹਾਇਸ਼ ਵਿੱਚ ਉਹਨਾਂ ਨੇ ਕੀਤੀ। ਉਸੇ ਡਰੱਗਸ ਮਾਮਲੇ ਨੂੰ ਕਹਿ ਰਹੇ ਨੇ ਇਨਫੋਰਸਮੈਂਟ ਡਾਇਰੈਕਟਰ, ਤੇ ਮੈਨੂੰ ਨਹੀਂ ਕਿਹਾ, ਅਖਬਾਰਾਂ ਨੂੰ ਫੀਡ ਕੀਤਾ ਕਿ ਡਰੱਗਸ ਦੇ ਮਾਮਲੇ ਵਿੱਚ ਰੇਡ ਕੀਤਾ, ਜਦ ਕਿ ਇਸ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੈ। ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ ਇਸ ਵਕਤ, ਸਾਰੇ ਦੇਸ਼ ਵਿਆਪਕ ਹੋ ਰਹੀ ਹੈ, ਇਕੱਲੇ ਮੇਰੇ ਤੇ ਨਹੀਂ। ਠੀਕ ਹੈ, ਮੇਰੇ ਤੇ ਉਹਨਾਂ ਨੇ ਹਰਾਸਮੈਂਟ ਕੀਤੀ, ਸਰਚ ਕੀਤਾ, ਉਹ ਕੀਤਾ, ਆਹ ਕੀਤਾ, ਅਖਬਾਰਾਂ 'ਚ ਇੱਕ ਵਿਲੀਫਿਕੇਸ਼ਨ ਤੇ ਕੈਰੈਕਟਰ ਅਸੈਸੀਨੇਸ਼ਨ ਕੈਂਪੇਨ ਚਲਾਇਆ। ਪਰ ਜਿਨ੍ਹਾਂ ਲੋਕਾਂ ਨੂੰ ਟੌਰਚਰ ਕੀਤਾ, ਜਿਨ੍ਹਾਂ ਨੂੰ ਨੋਦੀਪ ਵਰਗੀਆਂ ਦੇ ਪ੍ਰਾਈਵੇਟ ਪਾਰਟਸ ਤੇ ਹਮਲਾ ਕੀਤਾ, ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ, ਮੇਰੀ ਹਮਦਰਦੀ ਉਹਨਾਂ ਦੇ ਨਾਲ ਵੀ ਆ। ਉਹਨਾਂ ਵਾਸਤੇ ਮੇਰੀ ਆਵਾਜ਼ ਹਰ ਵਕਤ ਉੱਠਦੀ ਰਹੇਗੀ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਾਂ ਮਨੀ ਲਾਂਡਰਿੰਗ ਦੀ ਗੱਲ ਕਰ ਲਈਏ। ਮਨੀ ਲਾਂਡਰਿੰਗ ਮੇਰੇ ਸਤਿਕਾਰਯੋਗ ਵੀਰੋ ਤੇ ਭੈਣੋ ਕੀ ਹੁੰਦੀ ਹੈ? ਮਨੀ ਲਾਂਡਰਿੰਗ ਇਸ ਜਿਹੜੇ ਲੋਕ ਵੱਡੇ ਕਾਰਪੋਰੇਟ ਹਾਊਸਸ, ਅਮੀਰ ਆਦਮੀ, ਤਾਕਤਵਰ ਪੋਲੀਟੀਕਲ ਆਦਮੀ ਜਿਨ੍ਹਾਂ ਨੇ ਰਾਜ ਸੱਤਾ ਭੋਗੀ ਆ, ਉਹ ਆਪਣਾ ਕਾਲਾ ਧਨ ਵਿਦੇਸ਼ਾਂ ਵਿੱਚ ਦੀ ਘੁਮਾਉਂਦੇ ਨੇ। ਉਹਨਾਂ ਦੇ ਆਫਸ਼ੋਰ ਅਕਾਊਂਟਸ ਹੁੰਦੇ ਨੇ। ਬਹੁਤ ਸਾਰੇ ਲੋਕਾਂ ਦੇ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਅਕਾਊਂਟ ਹੈ, ਕਈਆਂ ਦੇ ਬਹਾਮਾਸ ਤੇ ਜਿਹੜੇ ਕੈਰੇਬੀਅਨ ਆਈਲੈਂਡਸ ਜਾਂ ਉੱਥੋਂ ਦੀ ਆਫਸ਼ੋਰ ਅਕਾਊਂਟਸ ਘੁਮਾ ਕੇ ਪੈਸਾ ਉਧਰੋਂ ਦੀ ਘੁਮਾ ਕੇ, ਜਾਂ ਦੁਬਈ ਵਗੈਰਾ ਜਿੱਥੇ ਕੋਈ ਪੁੱਛਗਿੱਛ ਨਹੀਂ ਕਰਦਾ, ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਨੂੰ, ਉਹਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਤੇ ਮੇਰੇ ਖਿਲਾਫ ਜਿਹੜੀ ਕੱਲ ਸੀਜਰ ਤੋਂ ਬਾਅਦ ਜਿਹੜੀ ਰਿਪੋਰਟ ਬਣਾਈ, ਜਿਹੜਾ ਪੰਚਨਾਮਾ ਕਹਿੰਦੇ ਨੇ, ਉਹਦੇ 'ਚ ਕੀ ਇਲਜ਼ਾਮ ਲਾ ਰਹੇ ਨੇ? ਮੇਰੇ ਘਰੋਂ 2 ਡਾਇਰੀਜ਼ ਜਿਹੜੀਆਂ ਕਿ ਮੇਰੀ ਵਾਈਫ ਨੇ ਮੇਨਟੇਨ ਕੀਤੀਆਂ ਸੀ ਆਪਣੇ ਬੱਚਿਆਂ ਦੀ ਸ਼ਾਦੀ ਦੀ, ਉਹਦੇ 'ਚ ਕੀ ਡਿਟੇਲ ਸੀ ਕਿ ਖਾਣੇ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਜਿਹੜੇ ਕੋਈ ਡੈਕੋਰੇਸ਼ਨ ਵਾਲੇ ਸੀ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ, ਲਾਈਟ ਐਂਡ ਸਾਊਂਡ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਉਹ ਸਾਰੀਆਂ ਡਾਇਰੀਆਂ ਸੀਜ਼ ਕਰਕੇ ਲੈ ਗਏ ਨੇ। ਔਰ 2 ਸ਼ਾਦੀਆਂ ਮੈਂ ਕੀਤੀਆਂ, ਪਹਿਲਾਂ ਆਪਣੀ ਬੇਟੀ ਦੀ ਕੀਤੀ, ਫਿਰ ਆਪਣੇ ਬੇਟੇ ਦੀ, ਔਰ ਉਹ ਸਾਰਾ ਪਰਸਨਲ ਰਿਕਾਰਡ ਚੱਕ ਕੇ। ਔਰ ਤੁਸੀਂ ਹੈਰਾਨ ਹੋਵੋਗੇ, ਇੱਕ WhatsApp ਮੇਰੀ ਬੇਟੀ ਨੇ ਮੈਨੂੰ, ਜਾਂ ਮੈਂ ਭੇਜਿਆ ਆਪਣੀ ਬੇਟੀ ਨੂੰ ਮੈਸੇਜ ਸਿਮਰ ਨੂੰ ਕਿ ਮੇਰਾ ਇੱਕ MLA ਆ ਪਿਰਮਲ ਸਿੰਘ ਭਦੌੜ, ਉਹਨੇ 3 ਕੈਂਸਰ ਪੇਸ਼ੈਂਟਸ ਦੀ ਡਿਟੇਲ ਮੈਨੂੰ ਫਾਰਵਰਡ ਕੀਤੀ, ਕਿਉਂਕਿ ਮੇਰੀ ਬੇਟੀ ਕਹਿ ਰਹੀ ਸੀ ਕਿ ਮੈਂ ਵੀ ਕੋਈ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹਾਂ। ਉਹਨਾਂ ਨੇ ਚਲੋ ਜਿਹੜਾ ਦਿੱਲੀ 'ਚ ਪਾਇਆ ਉਹ ਅਲੱਗ ਆ, ਪਰ ਕਹਿੰਦੀ ਹੋਰ ਅਸੀਂ ਮਦਦ ਕਰਨਾ ਚਾਹੁੰਦੇ ਆ। ਤਾਂ ਉਹਦੇ 'ਚ ਜਿਹੜਾ 3 ਕੈਂਸਰ ਪੇਸ਼ੈਂਟਸ ਦਾ ਰਿਕਾਰਡ ਸੀ, WhatsApp ਚੈਟ ਸੀਗੀ, ਜਿਨ੍ਹਾਂ ਪਰਿਵਾਰਾਂ ਨੂੰ ਉਹਨਾਂ ਨੇ 20-25 ਹਜ਼ਾਰ ਰੁਪਇਆ ਉਹਨਾਂ ਦੇ ਅਕਾਊਂਟਸ ਵਿੱਚ ਪਾਇਆ। ਉਹ ਜਿਹੜੀ ਉਹਨਾਂ ਦੀ ਅਕਾਊਂਟ ਡਿਟੇਲ ਸੀ ਉੱਤੇ ਲਿਖਿਆ ਵਾ ਕੈਂਸਰ ਪੇਸ਼ੈਂਟ ਅਕਾਊਂਟ ਡਿਟੇਲਸ, ਉਹ ਵੀ WhatsApp ਦੀ ਚੈਟ ਬਣਾ ਕੇ ਮਨੀ ਲਾਂਡਰਿੰਗ ਦੇ ਵਿੱਚ ਪਾ ਕੇ ਉਹ ਲੈ ਕੇ ਗਏ ਨੇ। ਕਈ ਪੇजेस ਦੇ ਉੱਤੇ ਲਿਖਿਆ ਸੀਗਾ ਕਿ ਸ਼ਾਦੀ ਦੇ ਦੌਰਾਨ ਕਿ ਅਸੀਂ ਸ਼ਗਨ ਵਿੱਚ 25 ਡੱਬੇ ਲੱਡੂਆਂ ਦੇ ਲੈ ਕੇ ਜਾਣੇ ਨੇ, ਜਾਂ ਕਾਜੂ ਦੀ ਬਰਫੀ ਲੈ ਕੇ ਜਾਣੀ, ਜਾਂ ਡਰਾਈ ਫਰੂਟ ਲੈ ਕੇ ਜਾਣਾ, ਉਹਦੇ ਤੇ ਵੀ ਮੇਰੇ ਸਾਈਨ ਕਰਾਏ। ਇਸ ਦਿਸ ਮਨੀ ਲਾਂਡਰਿੰਗ। ਔਰ ਮਨੀ ਲਾਂਡਰਿੰਗ ਮੈਂ ਕਹਿਣਾ ਚਾਹੁੰਦਾ ਕਿ ਉਸ ਮੈਂ ਪ੍ਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਮੈਂ ਸਾਰੀ ਜ਼ਿੰਦਗੀ 'ਚ ਕਦੀ ਕੋਈ ਗਲਤ ਕੰਮ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਫਿਰ ਮੈਂ ਉਹਨੂੰ ਆਵਾਜ਼ਾਂ ਸਾਰੇ ਪੰਜਾਬ 'ਚ ਉੱਠਣੀਆਂ ਚਾਹੀਦੀਆਂ ਸੀ। ਸੋ
ਪਰਸਨਲ ਮੈਂ ਆਪਣੀ ਗੱਲ ਕਹਿਣਾ ਚਾਹੁੰਦਾ, ਹਾਲਾਂਕਿ ਇਹ ਫੋਰਮ ਨਹੀਂਗਾ, ਪਰ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਮਨੀ ਲਾਂਡਰਿੰਗ ਕੀ ਹੁੰਦੀ ਆ ਤੇ ਮੇਰੇ ਤੇ ਕੀ